ਪਠਾਨਕੋਟ ਸ਼ਹਿਰ ਦੇ ਵਿੱਚ ਕਲਾ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਲੋਕ ਵੱਡੀਆਂ ਉਪਲਬਧੀਆਂ ਹਾਸਲ ਕਰ ਚੁੱਕੇ ਨੇ ਤੇ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੇ ਕਿ ਬਹੁਤ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਪਰ ਹਜੇ ਵੀ ਸਮਾਜ ਦੇ ਵਿੱਚ ਲੁਕ ਕੇ ਰਹਿੰਦੇ ਨੇ, ਸਾਹਮਣੇ ਆਉਣ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਜੇ ਉਹਨਾਂ ਦੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਸ਼ਖਸੀਅਤ ਨੇ। ਅੱਜ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਨਾ, ਉਹਨਾਂ ਨੇ 10 ਨਾਵਲ ਲਿਖੇ ਨੇ। ਉਹਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਨੇ, ਪ੍ਰਸ਼ੰਸਾ ਵੀ ਮਿਲੀ ਹੈ ਤੇ ਇੱਕ ਵੱਡੇ ਖੇਤਰ ਦੇ ਵਿੱਚ ਲੋਕ ਉਹਨਾਂ ਨੂੰ ਪੜ੍ਹ ਵੀ ਰਹੇ ਨੇ। ਸ਼ੁਰੂਆਤ ਮੈਂ ਆਰਟੀਕਲ ਲਿਖਣ ਤੋਂ ਕੀਤੀ। ਆਰਟੀਕਲ ਤੋਂ ਬਾਅਦ ਸਾਨੂੰ ਲੱਗਾ ਵੀ ਨਹੀਂ, ਹੁਣ ਆਰਟੀਕਲ ਤੋਂ ਬਾਅਦ ਸਾਨੂੰ ਕਿਤਾਬਾਂ 'ਚ ਜਾਣਾ ਚਾਹੀਦਾ ਤੇ ਇਹਦੀ ਇੱਕ ਬੁੱਕਸ ਬਣਾ ਕੇ ਅਸੀਂ ਤੇ ਗਾਂ ਕੀਤੀ। ਹੌਲੀ ਇਹ ਸਿਲਸਿਲਾ ਚੱਲਦਾ ਰਿਹਾ ਜਿਹੜਾ ਅੱਜ ਤੱਕ ਜਾਰੀ ਹੈ। ਸਤਿ ਸ਼੍ਰੀ ਅਕਾਲ, ਮੈਂ ਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ 7C ਨਿਊਜ਼। ਪਠਾਨਕੋਟ ਸ਼ਹਿਰ ਦੇ ਵਿੱਚ ਕਲਾ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਲੋਕ ਵੱਡੀਆਂ ਉਪਲਬਧੀਆਂ ਹਾਸਲ ਕਰ ਚੁੱਕੇ ਨੇ ਤੇ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੇ ਕਿ ਬਹੁਤ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਪਰ ਹਜੇ ਵੀ ਸਮਾਜ ਦੇ ਵਿੱਚ ਲੁਕ ਕੇ ਰਹਿੰਦੇ ਨੇ, ਸਾਹਮਣੇ ਆਉਣ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਜੇ ਉਹਨਾਂ ਦੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਸ਼ਖਸੀਅਤ ਨੇ। ਅੱਜ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਨਾ, ਉਹਨਾਂ ਨੇ 10 ਨਾਵਲ ਲਿਖੇ ਨੇ। ਜਿਹੜੇ 10 ਨਾਵਲ ਲਿਖੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਨੇ, ਪ੍ਰਸ਼ੰਸਾ ਵੀ ਮਿਲੀ ਹੈ ਤੇ ਇੱਕ ਵੱਡੇ ਖੇਤਰ ਦੇ ਵਿੱਚ ਲੋਕ ਉਹਨਾਂ ਨੂੰ ਪੜ੍ਹ ਵੀ ਰਹੇ ਨੇ। ਸੋ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ ਰੋਹਿਤ ਵਰਮਾ ਰਿੰਪੂ ਜੀ। ਹਾਲਾਂਕਿ ਸ਼ਹਿਰ ਦੇ ਬਹੁਤ ਸਾਰੇ ਲੋਕ ਉਹਨਾਂ ਨੂੰ ਜਾਣਦੇ ਵੀ ਹੋਣਗੇ ਪਰ ਹੋਰ ਕਿਸੇ ਕੰਮ ਕਰਕੇ, ਪਰ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਐਜ਼ ਏ ਨਾਵਲਿਸਟ। ਰੋਹਿਤ ਵਰਮਾ ਰਿੰਪੂ ਜੀ ਸਾਡੇ ਨਾਲ ਮੌਜੂਦ ਨੇ। ਰੋਹਿਤ ਜੀ, ਤੁਹਾਡਾ ਬਹੁਤ ਸਵਾਗਤ ਹੈ 7C ਨਿਊਜ਼ 'ਤੇ ਜੀ। ਬਹੁਤ ਸ਼ੁਕਰੀਆ ਤੁਹਾਡਾ ਜੀ। ਰੋਹਿਤ ਜੀ, 10 ਨਾਵਲ ਤੁਸੀਂ ਲਿਖੇ ਨੇ, ਮੇਰੇ ਕੋਲ ਪਏ ਨੇ ਇੱਥੇ ਤੇ ਸਟੋਰੀਆਂ ਮੈਂ ਥੋੜ੍ਹੀਆਂ ਜਿਹੀਆਂ ਸੁਣੀਆਂ ਹੀ ਹਜੇ ਤੇ ਪੜ੍ਹੀਆਂ ਨਹੀਂ, ਪੜ੍ਹਾਂਗਾ ਜ਼ਰੂਰ ਕਿਉਂਕਿ ਇਹਨਾਂ ਦੇ ਮੈਂ ਸਟਾਰਟਿੰਗ ਜਿਹੜੀ ਭੂਮਿਕਾ ਪੜ੍ਹ ਕੇ ਬਹੁਤ ਵਧੀਆ ਨਾਵਲ ਲੱਗ ਰਹੇ ਨੇ ਮੈਨੂੰ। ਤੇ ਟੌਪਿਕ ਵੀ ਤੁਸੀਂ ਮੈਨੂੰ ਦੱਸਿਆ ਜਿਵੇਂ ਕਿ ਸਟੈਮਰਿੰਗ ਦੇ ਉੱਤੇ ਜਿਹੜੀ ਹਿਚਕਿਚਾਹਟ ਜੀ ਹੁੰਦੀ ਹੈ ਬੋਲਣ ਦੇ ਵਿੱਚ, ਉਹਦੇ 'ਤੇ ਤੁਸੀਂ ਲਿਖਦੇ ਹੋ ਤੇ 10 ਨਾਵਲ ਤੁਸੀਂ ਲਿਖੇ ਨੇ। ਕਿੰਨਾ ਸਮਾਂ ਲੱਗਾ, ਕਿੱਥੋਂ ਪ੍ਰੇਰਨਾ ਮਿਲੀ ਤੁਹਾਨੂੰ ਜੀ? ਇਹਨੂੰ ਤਕਰੀਬਨ 2012 ਦੇ ਆਸ-ਪਾਸ ਸ਼ੁਰੂ ਕੀਤਾ ਸੀਗਾ ਜੀ ਤੇ 10 ਸਾਲ ਦੇ ਆਸ-ਪਾਸ ਲੱਗ ਗਿਆ। ਹਾਂਜੀ। ਤੇ ਜਿਹੜਾ ਤੁਸੀਂ ਇਹ ਲਿਖਦੇ ਹੋ ਨਾਵਲ, ਇਹਦੀ ਪ੍ਰੇਰਨਾ ਕਿੱਥੋਂ ਮਿਲੀ? 2012 ਦੇ ਵਿੱਚ ਤੁਸੀਂ ਲਿਖਣਾ ਸ਼ੁਰੂ ਕੀਤਾ, ਪਹਿਲਾਂ ਬੈਕਗਰਾਊਂਡ ਕੀ ਹੈ ਤੁਹਾਡਾ? ਕਿੱਥੋਂ ਤੁਸੀਂ ਇਸ ਲਿਖਣ ਬਾਰੇ ਕੁਝ ਸਿੱਖਿਆ ਹੈ ਜਾਂ ਪ੍ਰੇਰਨਾ ਕਿੱਥੋਂ ਲਈ ਤੁਸੀਂ? ਨਹੀਂ, ਲਿਖਣ ਦੇ ਬਾਰੇ ਮੇਰੀ ਕੋਈ ਐਸੀ ਬੈਕਗਰਾਊਂਡ ਨਹੀਂ ਹੈਗੀ, ਨਾ ਹੀ ਮੈਨੂੰ ਕਦੀ ਸ਼ੌਂਕ ਸੀਗਾ। ਇਹ ਇੱਕ ਮੇਰੇ ਵਾਸਤੇ ਜ਼ਰੀਆ ਸੀਗਾ ਵੀ ਆਪਣੀ ਗੱਲ ਲੋਕਾਂ ਤੱਕ ਕਹਿਣ ਦਾ ਜ਼ਰੀਆ। ਜੀ ਕਿਉਂਕਿ ਇਹ ਸਟੈਮਰਿੰਗ ਪ੍ਰੋਬਲਮ ਹੈ, ਇਹ ਮੈਨੂੰ ਵੀ ਸੀਗੀ ਜੀ। ਇਸ ਟਾਈਮ ਮੇਰੀ ਏਜ ਕੋਈ 39 ਦੇ ਆਸ-ਪਾਸ ਹੈ ਜੀ ਤੇ 20-22 ਸਾਲ ਦੀ ਉਮਰ ਤੱਕ ਮੈਂ ਵੀ ਇਸ ਪ੍ਰੋਬਲਮ ਦੇ ਨਾਲ ਰਿਹਾ ਜੀ। ਤੇ ਤਕਰੀਬਨ 2-3 ਸਾਲ ਲਗਾ ਕੇ ਆਪਣੇ ਆਪ ਨੂੰ ਮੈਂ ਪਹਿਲਾਂ ਠੀਕ ਕੀਤਾ ਜੀ। ਮੈਂ ਆਪਣੀ ਸਟੈਮਰਿੰਗ ਪ੍ਰੋਬਲਮ ਤੋਂ ਬਾਹਰ ਆਇਆ। ਜੀ। ਫਿਰ ਮੈਨੂੰ ਇਹ ਸੀਗਾ ਵੀ ਜਿਹੜੇ ਬਾਕੀ ਦੇ ਲੋਕ ਇਸ ਪ੍ਰੋਬਲਮ ਦੇ ਨਾਲ ਨੂੰ ਫੇਸ ਕਰ ਰਹੇ ਆ, ਅਸੀਂ ਉਹਨਾਂ ਦੀ ਮਦਦ ਕਰੀਏ। ਜੀ। ਹੁਣ ਇੱਕ ਨੂੰ ਆਪਣੀ ਗੱਲ ਮੂੰਹ ਨਾਲ ਤੇ ਅਸੀਂ ਕਹਿ ਨਹੀਂ ਸਕਦੇ ਜੀ। ਤੇ ਲਿਖ ਕੇ ਹੀ ਅਸੀਂ ਲੋਕਾਂ ਤੱਕ ਇੱਕ ਜ਼ਰੀਆ ਸੀਗਾ। ਜੀ। ਤੇ ਸ਼ੁਰੂਆਤ ਮੈਂ ਆਰਟੀਕਲ ਲਿਖਣ ਤੋਂ ਕੀਤੀ ਤੇ ਆਰਟੀਕਲ ਤੋਂ ਬਾਅਦ ਸਾਨੂੰ ਲੱਗਾ ਵੀ ਨਹੀਂ, ਹੁਣ ਆਰਟੀਕਲ ਤੋਂ ਬਾਅਦ ਸਾਨੂੰ ਕਿਤਾਬਾਂ 'ਚ ਜਾਣਾ ਚਾਹੀਦਾ ਤੇ ਇਹਦੀ ਇੱਕ ਬੁੱਕਸ ਬਣਾ ਕੇ ਅਸੀਂ ਤੇ ਗਾਂ ਕੀਤੀ। ਹੌਲੀ ਇਹ ਸਿਲਸਿਲਾ ਚੱਲਦਾ ਰਿਹਾ ਜਿਹੜਾ ਅੱਜ ਤੱਕ ਜਾਰੀ ਹੈ। ਜੀ। ਤੇ ਜਿਹੜਾ ਲਿਖਣਾ ਤੁਸੀਂ ਸ਼ੁਰੂ ਕੀਤਾ, ਇਹਦੇ ਵਿੱਚ ਬਹੁਤ ਸਾਰੇ ਉਤਾਰ ਚੜਾਅ ਵੀ ਆਏ ਹੋਣੇ ਆ ਕਿਉਂਕਿ ਜਦੋਂ ਅਸੀਂ ਲਿਖਣਾ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਬਹੁਤ ਸਾਰੇ ਆਬਸਟੈਕਲਸ ਆਉਂਦੇ ਨੇ ਤੇ ਸਾਨੂੰ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਿਵੇਂ ਤੁਸੀਂ ਲਿਖਦੇ ਰਹੇ ਤੇ ਕੀ ਲੋਕਾਂ ਦਾ ਰਿਸਪੌਂਸ ਮਿਲਿਆ, ਕਿਵੇਂ ਹੁੰਗਾਰਾ ਮਿਲਿਆ ਤੇ ਕੀ ਕੁਝ ਮੁਸ਼ਕਲਾਂ ਤਾਂ ਤੁਹਾਨੂੰ ਸਾਹਮਣਾ ਕਰਨਾ ਪਿਆ? ਜੇ ਲਿਖਣ ਦੇ ਵਿੱਚ ਜੇ ਚਲੀ ਅਸੀਂ ਤੇ ਜਿਹੜੀਆਂ ਪ੍ਰੋਬਲਮ ਆਈਆਂ, ਪਹਿਲੀ ਪ੍ਰੋਬਲਮ ਸੀਗੀ ਮੇਰੀ ਹੈਂਡ ਰਾਈਟਿੰਗ ਦੀ। ਜੀ। ਲਿਖਾਵਟ ਮੇਰੀ ਇੰਨੀ ਸਾਫ਼ ਨਹੀਂ ਹੈਗੀ। ਤੇ ਦੂਸਰੀ ਪ੍ਰੋਬਲਮ ਸੀਗੀ ਜਿਹੜੀ ਲੈਂਗੁਏਜ ਮੈਂ ਚੂਜ਼ ਕੀਤੀ ਹੈ, ਉਸ ਲੈਂਗੁਏਜ ਦਾ ਮੈਨੂੰ ਇੰਨਾ ਗਿਆਨ ਨਹੀਂ। ਹਿੰਦੀ ਭਾਸ਼ਾ 'ਚ ਮੇਰੀ ਪਕੜ ਜ਼ਿਆਦਾ ਮਜ਼ਬੂਤ ਨਹੀਂ ਸੀ। ਜੀ। ਤੇ ਤੀਸਰਾ ਸੀਗਾ ਟਾਈਮਿੰਗ ਦਾ ਕਿ ਮੈਂ ਹਰ ਟਾਈਮ ਕਾਪੀ ਪੈਨ ਆਪਣੀ ਜੇਬ 'ਚ ਨਾਲ ਲੈ ਕੇ ਨਹੀਂ ਸੀ ਜਾ ਸਕਦਾ। ਜੀ। ਤੇ ਇਸ ਚੀਜ਼ ਨੂੰ ਮੈਨੂੰ ਸਾਰੀ ਪ੍ਰੋਬਲਮ ਦਾ ਹੱਲ ਨਿਕਲਿਆ ਮੇਰੇ ਮੋਬਾਈਲ ਫੋਨ ਤੋਂ। ਜੀ। ਮੋਬਾਈਲ ਫੋਨ 'ਤੇ ਇੱਕ ਹੈਂਡ ਰਾਈਟਿੰਗ ਦਾ ਕੋਈ ਮਸਲਾ ਨਹੀਂ ਹੁੰਦਾ, ਠੀਕ ਹੈ। ਦੂਸਰਾ ਆਟੋ ਕਰੈਕਸ਼ਨ ਜਾਂ ਕੁਛ ਵਜ੍ਹਾ ਨਾਲ ਉਹ ਹਿੰਦੀ ਆਪਣੇ ਆਪ ਠੀਕ ਹੋ ਜਾਂਦੀ ਹੈ। ਤੇ ਤੀਸਰਾ ਉਹ ਮੋਬਾਈਲ ਫੋਨ ਮੈਂ ਜੇਬ 'ਚ ਪਾ ਕੇ ਜਿੱਥੇ ਮਰਜ਼ੀ ਜਦੋਂ ਮਰਜ਼ੀ ਮੈਨੂੰ ਟਾਈਮ ਮਿਲੇ ਮੈਂ ਉੱਥੇ ਮੈਂ ਲਿਖ ਸਕਦਾ ਸੀਗਾ। ਇਸ ਕਰਕੇ ਪ੍ਰੋਬਲਮ ਕਾਫੀ ਜ਼ਿਆਦਾ ਆਈਆਂ ਬਟ ਟਾਈਮ ਟੂ ਟਾਈਮ ਉਹ ਆਪਣੇ ਆਪ ਠੀਕ ਹੁੰਦੀ ਹੈ।
ਰੋਹਿਤ ਜੀ, ਜਿਵੇਂ ਤੁਸੀਂ ਦੱਸ ਰਹੇ ਕਿ ਤੁਹਾਨੂੰ 20-22 ਸਾਲ ਜਿਹੜੀ ਸਟੈਮਰਿੰਗ ਦੀ ਪ੍ਰੋਬਲਮ ਰਹੀ ਹੈ, ਹਕਲਾਟ ਜਿਹਨੂੰ ਆਪਾਂ ਕਹਿੰਦੇ ਹਾਂ ਬੋਲਣ ਦੇ ਵਿੱਚ, ਤੇ ਮੈਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਹੁਣ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਵੀ ਤੁਹਾਨੂੰ ਇਹ ਪ੍ਰੋਬਲਮ ਕਦੀ ਹੋਈ ਹੋਵੇਗੀ। ਕਿਸ ਤਰੀਕੇ ਨਾਲ ਉਹਨੂੰ ਤੁਸੀਂ ਠੀਕ ਕੀਤਾ, ਤੇ ਠੀਕ ਕਰਨ ਤੋਂ ਬਾਅਦ ਜਿਵੇਂ ਤੁਸੀਂ 10 ਨੋਵਲ ਲਿਖੇ ਇਹਦੇ ਵਿੱਚ ਤੁਸੀਂ ਹਕਲਾਟ ਦੀ ਜਿਹੜੀ ਪ੍ਰੋਬਲਮ ਹੈ ਉਹਦਾ ਸੋਲਿਊਸ਼ਨ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਤੇ ਕਿਵੇਂ ਤੁਸੀਂ ਠੀਕ ਕੀਤਾ, ਤੇ ਲੋਕਾਂ ਨੂੰ ਕੀ ਇਹਦਾ ਬੈਨੀਫਿਟ ਹੋਇਆ, ਕਿਵੇਂ ਹੁੰਗਾਰਾ ਮਿਲ ਰਿਹਾ ਤੁਹਾਨੂੰ? ਜੀ ਸਟੈਮਰਿੰਗ ਪ੍ਰੋਬਲਮ 'ਤੇ ਜੇ ਜਾਈਏ ਤਾਂ ਯਾਰ ਠੀਕ ਹੋਣ ਵਾਸਤੇ ਮੈਂ 4 ਸਟੇਜ ਜਾਂ 4 ਕਾਰਨ ਜਾਂ 4 ਤਰੀਕੇ ਉਹਦੇ ਵਾਸਤੇ ਦੇਖੇ ਆ। ਜੀ। ਇੱਕ ਤਾਂ ਇਹ ਆ ਵੀ ਜਦੋਂ ਤੁਸੀਂ ਇਕੱਲੇ ਹੋਵੋ ਉਦੋਂ ਕੁਛ ਨਾ ਕੁਛ ਗਾਉਂਦੇ ਰਹੋ। ਜੀ। ਠੀਕ ਹੈ, ਉਹ ਵੀ ਮੈਂ ਤਰੀਕਾ ਕੀਤਾ ਵੀ ਇਕੱਲੇ ਗਾਉਂਦੇ ਰਹੋ ਜਾਂ ਬਾਥਰੂਮ ਸਿੰਗਰ ਬਣ ਜਾਓ, ਕੁਛ ਵੀ। ਦੂਜਾ ਇਹ ਆ ਵੀ ਕੁਛ ਨਾ ਕੁਛ ਪੜ੍ਹਦੇ ਰਹੋ, ਜਿਹੜਾ ਕਿ ਉੱਚੀ ਆਵਾਜ਼ 'ਚ ਪੜ੍ਹਨਾ ਜਾਂ ਬੋਲਣਾ ਜਾਂ ਕਿਸੇ ਨਾਲ ਗੱਲਬਾਤ ਕਰਨੀ। ਜੀ। ਤੇ ਤੀਸਰਾ ਇਹ ਸੀਗਾ ਵੀ ਕਿਸੇ ਅਣਪਛਾਤੀ ਜਗ੍ਹਾ 'ਤੇ ਜਿੱਥੇ ਤੁਹਾਨੂੰ ਕੋਈ ਨਾ ਜਾਣਦਾ ਹੋਏ ਉਹਨਾਂ ਨਾਲ ਜਾ ਕੇ ਗੱਲਬਾਤ ਕਰੋ, ਜਿਹਦੇ ਨਾਲ ਤੁਹਾਡਾ ਜਿਹੜਾ ਕੌਨਫੀਡੈਂਸ ਲੈਵਲ ਹੈ ਉਹ ਥੋੜ੍ਹਾ ਵੱਧਦਾ ਰਹੇਗਾ। ਹਾਂ, ਜੇ ਪ੍ਰੋਬਲਮ ਆ ਵੀ ਜਾਂਦੀ ਹੈ ਬੋਲਣ 'ਚ ਤੇ ਉਹ ਕਿਹੜਾ ਤੁਹਾਨੂੰ ਜਾਣਦੇ ਆ। ਜੀ। ਠੀਕ ਹੈ। ਤੀਸਰਾ ਫੋਨ ਕਾਲਿੰਗ ਦਾ ਹੁੰਦਾ ਵੀ ਜਦੋਂ ਅਸੀਂ ਕਿਸੇ ਨੂੰ ਫੋਨ ਕਰਨੇ ਆ ਉਦੋਂ ਪ੍ਰੋਬਲਮ ਆਉਂਦੀ ਹੈ, ਤੇ ਉਹ ਵੀ ਕਸਟਮਰ ਕੇਅਰ ਨਾਲ ਗੱਲ ਕਰਕੇ ਜਾਂ ਕਿਸੇ ਨਾਲ ਗੱਲ ਕਰਕੇ ਜਿਹੜਾ ਤੁਹਾਨੂੰ ਨਹੀਂ ਜਾਣਦਾ, ਤੇ ਉਹ ਠੀਕ ਹੋ ਸਕਦੇ। ਬਾਕੀ ਇਹ ਥੋੜ੍ਹਾ ਲੰਬਾ ਪ੍ਰੋਸੈਸ ਹੈ। ਇਹ ਹਰ ਵਿਅਕਤੀ ਦੀ ਸਟੈਮਰਿੰਗ ਪ੍ਰੋਬਲਮ ਦੀ ਵਜ੍ਹਾ ਅਲੱਗ-ਅਲੱਗ ਹੁੰਦੀ ਹੈ। ਉਸ ਬੈਕਗਰਾਊਂਡ ਦੇ ਉੱਤੇ ਜਾਣਾ, ਉਹਨੂੰ ਪ੍ਰੋਬਲਮ ਸ਼ੁਰੂ ਕਿੱਦਾਂ ਹੋਈ ਤੇ ਸ਼ੁਰੂਆਤ ਉਹਦੀ ਕਿਸ ਤਰ੍ਹਾਂ ਹੋਈ, ਉਹ ਜੈਨਰਿਕ ਹੈ ਜਾਂ ਸ਼ੁਰੂ ਤੋਂ ਆਉਂਦੀ ਵੀ ਹੈ, ਤੇ ਕੁਛ ਇਹਨਾਂ ਚੀਜ਼ਾਂ ਨੂੰ ਲੈ ਕੇ। ਜੀ। ਤੇ ਜੀ ਰੋਹਿਤ ਜੀ, ਜਿਵੇਂ ਅਸੀਂ ਗੱਲ ਕਰੀਏ ਕਿ ਅਸੀਂ ਕਿਸੇ ਹਲਵਾਈ ਦੀ ਦੁਕਾਨ 'ਤੇ ਚਲੇ ਜੀ ਜਾਂ ਕਿਸੇ ਹੋਰ ਦੁਕਾਨ 'ਤੇ ਚਲੇ ਜੀ, ਉਹਨੂੰ ਪੁੱਛੀਏ ਵੀ ਤੁਹਾਡਾ ਸਭ ਤੋਂ ਵਧੀਆ ਪ੍ਰੋਡਕਟ ਕਿਹੜਾ, ਤੇ ਉਹ ਕਹਿੰਦਾ ਵੀ ਮੇਰਾ ਸਾਰੇ ਵਧੀਆ ਆ। ਪਰ ਮੈਂ ਤੁਹਾਨੂੰ ਅੱਜ ਤੁਸੀਂ 10 ਨੋਵਲ ਲਿਖੇ ਆ, ਤੇ 10 ਨੋਵਲਾਂ ਦੇ ਵਿੱਚੋਂ ਸਭ ਤੋਂ ਬਿਹਤਰੀਨ, ਜਿਹਨੂੰ ਸਭ ਤੋਂ ਵਧੀਆ ਲੋਕਾਂ ਦਾ ਰਿਸਪੌਂਸ ਮਿਲਿਆ, ਉਹ ਕਿਹੜਾ ਨੋਵਲ ਹੈ, ਤੇ ਸਟੋਰੀ ਸਾਨੂੰ ਸ਼ਾਰਟਕਟ 'ਚ ਦੱਸਿਓ ਦੀ। ਨਹੀਂ, ਇਹ ਕਹਿਣਾ ਤਾਂ ਬਹੁਤ ਔਖਾ ਹੈ। ਜੀ। ਕਿਉਂਕਿ 10 ਨਾਵਲ ਹਾਂ ਬਿਲਕੁਲ ਇਹ ਹਰ ਸਟੋਰੀ, ਹਰ ਕਹਾਣੀ ਹੈ, ਹਰ ਅਲੱਗ-ਅਲੱਗ, ਹਰ ਬੁੱਕ ਅਲੱਗ ਕਹਾਣੀ ਕਹਿੰਦੀ ਹੈ। ਬਾਕੀ ਜਿਹੜੀ ਮੇਰੀ ਚੀਕੂ ਦੇ ਨਾਮ ਤੋਂ ਨਾਵਲ ਸੀਗੀ, ਤੇ ਉਹਦੇ 4 ਪਾਰਟ ਹੈ, ਤੇ ਉਹ ਸਾਰਿਆਂ ਨੇ ਬੜਾ ਕਿਹਾ ਵੀ ਕਿਉਂਕਿ ਇਹਦੇ ਵਿੱਚ ਸਟੈਮਰਿੰਗ ਪ੍ਰੋਬਲਮ ਸ਼ੁਰੂ ਕਿੱਦਾਂ ਹੁੰਦੀ ਹੈ, ਇਸ ਵਜ੍ਹਾ ਦੇ ਨਾਲ ਸਾਨੂੰ ਸਮਾਜ ਦੇ ਵਿੱਚ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ, ਪਲੱਸ ਅਸੀਂ ਇਹ ਸਟੈਮਰਿੰਗ ਪ੍ਰੋਬਲਮ ਨੂੰ ਆਪਣਾ ਕਿੱਦਾਂ ਹੱਲ ਕਰ ਸਕਦੇ ਹਾਂ, ਇਹ ਸਾਰਾ ਉਹਦੇ ਵਿੱਚ ਦੱਸਿਆ। ਤੇ ਲੇਟੈਸਟ ਹੁਣ ਸੀਆ ਦੇ ਨਾਮ ਤੋਂ ਇੱਕ ਨਾਵਲ ਲਿਖੀ ਹੈ, ਉਹਦੇ ਵਿੱਚ ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਠੀਕ ਕੀਤਾ। ਮੈਂ ਐਕਸਰਸਾਈਜ਼ਾਂ ਜਾਂ ਕੁਛ ਵੀ ਉਹਦੇ ਵਿੱਚ ਜੋ ਗਤੀਵਿਧੀਆਂ ਮੈਂ ਕੀਤੀਆਂ ਸੀਗੀਆਂ ਉਹ ਸਾਰਾ ਉਹਦੇ 'ਚ ਦੱਸਿਆ। ਫਿਰ ਇੱਕ ਗਲਤਫਹਿਮੀ ਦੇ ਨਾਮ ਤੋਂ ਹੈ, ਉਹ ਫੈਮਿਲੀ ਦੇ ਉੱਤੇ ਡਿਪੈਂਡ ਹੈ ਵੀ ਅਸੀਂ ਫੈਮਿਲੀ ਦੇ ਵਿੱਚ ਕਿਸ ਤਰ੍ਹਾਂ ਅੜਚਣਾਂ ਆਉਂਦੀਆਂ, ਉਹ ਸਾਰੇ ਮਤਲਬ ਹਰ ਨਾਵਲ ਦੀ ਸਟੋਰੀ ਅਲੱਗ ਕਹਿੰਦੀ ਹੈ, ਬਟ ਇਹਨਾਂ ਦਾ ਬੇਸ ਹੈ ਜਿਹੜਾ ਉਹ ਸਟੈਮਰਿੰਗ ਪ੍ਰੋਬਲਮ ਹੈ। ਜੀ। ਉਹ ਲਿਆ ਜੀ। ਜਿਵੇਂ ਕਿ ਹਕਲਾਹਟ ਦੀ ਪ੍ਰੋਬਲਮ ਨੂੰ ਕਿ ਤੁਸੀਂ ਲੈ ਕੇ ਉਹਦਾ ਸੋਲਿਊਸ਼ਨ ਦੱਸਦੇ ਹੋਏ ਤੁਸੀਂ ਨਾਵਲ ਲਿਖਦੇ ਹੋ, ਹੋਰ ਵੀ ਸਮਾਜ ਦੇ ਵਿੱਚ ਬਹੁਤ ਕੁਝ ਹੈਗਾ ਆ ਜਿਹਨੂੰ ਬਹੁਤ ਸਾਰੇ ਰਾਈਟਰ ਲਿਖਦੇ ਵੀ ਨਹੀਂ ਹੈ। ਤੁਸੀਂ ਹੋਰ ਕਿਹੜੀਆਂ ਚੀਜ਼ਾਂ ਨੂੰ ਸਮਾਜ ਦੀਆਂ ਜਿਹੜੀਆਂ ਉਹ ਸਾਹਮਣੇ ਰੱਖਦੇ ਹੋ ਆਪਣੀ ਲਿਖਤ ਦੇ ਰਾਹੀਂ? ਜੀ, ਸਟੈਮਰਿੰਗ ਪ੍ਰੋਬਲਮ ਤਾਂ ਮੇਨ ਹੈ, ਉਹਦੇ ਨਾਲ ਅਸੀਂ ਅੰਧ ਵਿਸ਼ਵਾਸ ਦੇ ਉੱਤੇ ਮੈਂ ਕਾਫੀ ਲਿਖਿਆ। ਇਹਦੇ ਵਿੱਚ ਤੁਹਾਨੂੰ ਚੀਕੂ ਦਾ ਜਿਹੜਾ ਨਾਵਲ ਹੈ ਉਹ 'ਚ ਅੰਧ ਵਿਸ਼ਵਾਸ ਦੇ ਵੀ ਕਾਫੀ ਕੁਝ ਮਿਲ ਜਾਏਗਾ। ਫਿਰ ਦਹੇਜ ਪ੍ਰਥਾ, ਠੀਕ ਹੈ, ਤੇ ਭਰੂਣ ਹੱਤਿਆ, ਉਹਨਾਂ 'ਤੇ ਵੀ ਲਿਖਿਆ ਕਾਫੀ ਕੁਝ। ਫਿਰ ਆਮ ਤੌਰ 'ਤੇ ਤੁਸੀਂ ਦੇਖਿਆ ਹੋਵੇਗਾ ਵੀ ਇੱਕ ਲੜਕੇ ਨੂੰ ਜਦੋਂ ਸਟੈਮਰਿੰਗ ਪ੍ਰੋਬਲਮ ਹੁੰਦੀ ਹੈ ਉਹ ਇੱਕ ਅਲੱਗ ਸਟੋਰੀ ਬਣਦੀ ਹੈ। ਪਲੱਸ ਜੇ ਕਿਸੇ ਲੜਕੀ ਨੂੰ ਪ੍ਰੋਬਲਮ ਹੈ ਵਾਲੀ, ਤੇ ਉਹਨੂੰ ਕਿਸ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ, ਸਮਾਜ 'ਚੋਂ ਕਿਸ ਤਰ੍ਹਾਂ ਰਹਿੰਦੀ ਹੈ, ਉਹ ਆਪਣੇ ਵਿਆਹ ਕਰਕੇ ਸਹੁਰੇ ਘਰ ਜਾਂਦੀ ਹੈ, ਠੀਕ ਹੈ, ਔਰ 'ਤੇ ਵੀ ਕਾਫੀ ਕੁਝ ਲਿਖਿਆ। ਤੇ ਸੋ ਲਿਖਦੇ ਰਹੀਦਾ ਜੀ। ਸੋ ਰੋਹਿਤ ਜੀ, ਜਿੱਥੇ ਤੁਸੀਂ ਇੰਨਾ ਕੁਝ ਲਿਖਿਆ ਆ, ਤੇ ਇੱਥੇ ਨਾਲ ਪਿੱਛੇ ਵੇਖ ਰਹੇ ਹਾਂ ਬਹੁਤ ਸਾਰੇ ਤੁਹਾਨੂੰ ਜਿਹੜੇ ਕਿ ਸਨਮਾਨ ਵੀ ਮਿਲੇ ਨੇ, ਤੇ ਕਿੱਥੋਂ ਸਨਮਾਨ ਮਿਲੇ ਨੇ, ਤੇ ਕੀ ਰਿਸਪੌਂਸ ਅੱਗੇ ਜਿਹੜਾ ਕਿ ਹੋਰ ਕਿਸੇ ਖੇਤਰ ਦੇ ਵਿੱਚ ਜਾਂ ਅੱਜ ਕੱਲ੍ਹ ਇਹ ਜਿਹੜਾ ਕਿਤਾਬਾਂ ਦਾ ਅਸੀਂ ਕਹਿ ਲਈਏ ਕਿ ਬਹੁਤ ਵੱਡਾ ਇੱਕ ਵਿਸਥਾਰ ਹੋ ਚੁੱਕਿਆ ਇਹਨਾਂ ਦਾ ਇੰਟਰਨੈਟ ਦੇ ਆਉਣ ਦੇ ਕਰਕੇ ਨਾ, ਤੇ ਬਹੁਤ ਸਾਰੀਆਂ ਐਪਸ ਵੀ ਚੱਲ ਪਈਆਂ ਨੇ ਜਿਹਨਾਂ ਨੂੰ ਅਸੀਂ ਔਨਲਾਈਨ ਤਰੀਕੇ ਨਾਲ ਵੀ ਪੜ੍ਹ ਸਕਦੇ ਹਾਂ। ਸ਼ਹਿਰ ਦੇ ਬਹੁਤ ਸਾਰੇ ਲੋਕ ਇਸ ਇੰਟਰਵਿਊ ਤੋਂ ਬਾਅਦ ਤੁਹਾਡੀਆਂ ਕਿਤਾਬਾਂ ਪੜ੍ਹਨਾ ਵੀ ਚਾਹੁੰਗੇ। ਸੋ ਕਿਸ ਤਰੀਕੇ ਨਾਲ ਤੁਸੀਂ ਆਪਣੀ ਕਿਤਾਬਾਂ ਲੋਕਾਂ ਤੱਕ ਪਹੁੰਚਾ ਰਹੇ ਹੋ, ਤੇ ਜਿਹੜੇ ਅਵਾਰਡਸ ਮਿਲੇ ਨੇ ਕਿੱਥੋਂ ਤੇ ਕੀ ਸਨਮਾਨ ਮਿਲੇ ਤਾਂ? ਜੀ, ਮੇਰੀਆਂ ਕਿਤਾਬਾਂ ਹਾਰਡ ਕਾਪੀ ਤੇ ਤੁਹਾਡੇ ਸਾਹਮਣੇ ਹੈ, ਠੀਕ ਹੈ, Amazon, ਫਲਿੱਪਕਾਰਟ, ਸਭ ਈ-ਕਮਰਸ ਜਿੰਨੀ ਵੈਬਸਾਈਟ ਹੈ ਸਾਰੇ 'ਤੇ ਉਪਲਬਧ ਹੈ। ਪਲੱਸ ਸਾਰੀ ਸੌਫਟ ਕਾਪੀ ਵੀ ਸਾਰੇ ਕਿੰਡਲ, Amazon ਬੁੱਕਸ, ਤੇ ਪਲੱਸ ਗੂਗਲ ਪਲੇ ਬੁੱਕਸ ਉਹਨਾਂ 'ਚ ਹੈ। ਇੱਕ ਨਵੀਂ ਚੀਜ਼ ਇਹਦੇ ਵਿੱਚ ਐਡ ਹੋਈ ਹੈ, ਆਡੀਓ ਬੁੱਕਸ। ਉਹ ਕੁੱਕੂ FM ਐਪਲੀਕੇਸ਼ਨ ਹੈ, ਉਹਦੇ 'ਚ ਮੇਰੀਆਂ 7 ਕਿਤਾਬਾਂ ਐਡ ਹੋਈ ਦੀਆਂ। ਪਲੱਸ ਇੱਕ ਆਡੀਓ ਵੈਬ ਸੀਰੀਜ਼ ਹੈ ਜਿਹੜਾ ਇੱਕ ਨਵਾਂ ਕਨਸੈਪਟ ਸੀਗਾ, ਉਹ ਐਡ ਹੋਇਆ ਉਹਦੇ 'ਚ, ਉਹ ਅੰਧ ਵਿਸ਼ਵਾਸ ਦੇ ਉੱਤੇ ਹੈ, ਤੇ ਉਹਦੇ 6-7 ਐਪੀਸੋਡ ਹੈ। ਕੁੱਕੂ FM ਦੇ ਵਿੱਚ ਚੀਕੂ ਦੇ ਉੱਤੇ 57 ਐਪੀਸੋਡ ਹੈ, ਜਿਨ੍ਹਾਂ ਦੀ ਟਾਈਮਿੰਗ ਤੁਸੀਂ ਦੇਖੋਗੇ ਤੇ ਉਹ 26 ਘੰਟੇ ਦੀ ਹੈ, ਤੇ ਇਹ ਹਾਲੇ ਤੱਕ ਦਾ ਵੀ ਇੱਕ ਰਿਕਾਰਡ ਹੈ।
ਵੀ ਸਭ ਤੋਂ ਵੱਡੀ ਨਾਵਲ ਹੈ ਇਹਦੇ ਵਿੱਚ। ਤੇ ਬਾਕੀ ਜੇ ਅਸੀਂ ਉਪਲਬਧੀਆਂ ਦੀ ਗੱਲ ਕਰੀਏ ਤੇ ਇਹ ਪਿੱਛੇ ਲਿਖਿਆ ਦਾ ਇੱਕ ਬੈਸਟ ਇੰਡੀਅਨ ਆਥਰ ਦਾ ਅਵਾਰਡ ਮਿਲਿਆ ਸੀਗਾ, ਇੱਕ ਟੌਪ 100 ਮਤਲਬ ਟੌਪ 100 ਡੈਬਿਊਟ ਕੀਤਾ ਜਿਨ੍ਹਾਂ ਨੇ ਆਥਰ ਉਹਨਾਂ ਦਾ ਮਿਲਿਆ। ਰੀਸੈਂਟਲੀ 3-4 ਦਿਨ ਪਹਿਲਾਂ ਸਾਡਾ ਜਿਹੜਾ ਲਿਖਿਆ ਮੈਂ ਇਹ ਵਰਲਡ ਰਿਕਾਰਡ ਵਿੱਚ ਸ਼ਾਮਿਲ ਹੋਇਆ, ਕਿਉਂਕਿ ਇਹ ਸਾਰੀਆਂ ਕਿਤਾਬਾਂ ਮੈਂ ਫ਼ੋਨ ਦੇ ਉੱਤੇ ਲਿਖੀਆਂ ਪਲੱਸ ਆਈਪੋਡ 'ਤੇ ਲਿਖੀਆਂ, ਜਿਹੜੀਆਂ ਕਿ ਮੈਨੂੰ ਵੀ ਨਹੀਂ ਸੀ ਪਤਾ ਵੀ ਇਹ ਕਿ ਰਿਕਾਰਡ ਬਣ ਸਕਦਾ, ਜਿਹੜੀ ਹੈ ਕਿ ਐਕਸੀਡੈਂਟਲੀ ਆ ਰਿਕਾਰਡ ਇਹਨੂੰ ਕਹਿ ਸਕਦੇ ਹਾਂ ਅਸੀਂ ਐਕਸੀਡੈਂਟਲੀ ਰਿਕਾਰਡ ਹੈ। ਤੇ ਉਹ ਇੱਕ ਦਰਜ ਕੀਤਾ ਅਸੀਂ। ਪੋਜ਼ ਕਰੋ ਮਾੜਾ ਜਿਹਾ। ਰਿੰਪੂ ਜੀ, ਜਿੱਥੇ ਤੁਸੀਂ ਵਧਾਈ ਦੇ ਪਾਤਰ ਹੋ, ਉੱਥੇ ਹੀ ਇਹ ਤੁਹਾਡੇ ਪਰਿਵਾਰ ਦੇ ਲਈ ਤੇ ਖਾਸ ਤੌਰ 'ਤੇ ਸਾਡੇ ਸ਼ਹਿਰ ਲਈ ਵੀ ਬਹੁਤ ਵੱਡੇ ਸਨਮਾਨ ਦੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਤੁਸੀਂ ਨੌਜਵਾਨ ਹੀ ਗਿਣੇ ਜਾਂਦੇ ਹੋ ਅਜੇ ਵੀ, ਸਾਡੇ ਸ਼ਹਿਰ ਦੇ ਨੌਜਵਾਨ ਜਿਨ੍ਹਾਂ ਦੇ ਵਿੱਚ ਇੰਨੀ ਵੱਡੀ ਕਲਾ ਆ, ਲਿਖਤਾਂ ਤੁਸੀਂ ਇੰਨੀ ਵਧੀਆ ਲਿਖੀਆਂ ਆ, ਅਤੇ ਕੁੱਕੂ FM 'ਤੇ ਤੁਹਾਡੀ ਜਿਹੜੀ ਕਿ ਆਡੀਓ ਬੁੱਕਸ ਚੱਲ ਰਹੀਆਂ ਨੇ, ਗੂਗਲ ਪਲੇ ਬੁੱਕਸ ਦੇ ਉੱਤੇ ਤੁਹਾਡੀਆਂ ਜਿਹੜੀਆਂ ਬੁੱਕਸ ਮਿਲ ਰਹੀਆਂ ਨੇ, ਐਮਾਜ਼ੋਨ ਦੇ ਉੱਤੇ ਤੁਹਾਡੀ ਬੁੱਕਸ ਮਿਲ ਰਹੀਆਂ ਨੇ। ਸੋ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਸਾਡੇ ਸ਼ਹਿਰ ਦੇ ਲਈ ਵੀ। ਸੋ ਇਸ ਤੋਂ ਬਾਅਦ ਬਹੁਤ ਸਾਰੇ ਅਵਾਰਡ ਵੀ ਤੁਹਾਨੂੰ ਮਿਲੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਚੀਜ਼ ਹੋਰ ਜਿਹੜੀ ਕਿ ਨਹੀਂ ਰਿਲੀਜ਼ ਕਰਨੀ, ਤੁਸੀਂ ਮੈਨੂੰ ਪਹਿਲਾਂ ਹੀ ਕਹਿਤਾ ਸੀ ਕਿ ਚਲੋ ਵਾਹਿਗੁਰੂ ਮਿਹਰ ਕਰੇ ਤੇ ਤੁਸੀਂ ਵੱਡੀਆਂ ਉਪਲਬਧੀਆਂ ਹਾਸਲ ਕਰੋ। ਇਸ ਤੋਂ ਬਾਅਦ ਕੀ ਤੁਹਾਡਾ ਫਿਊਚਰ ਪਲਾਨ ਹੈ ਇਸ ਖੇਤਰ ਦੇ ਵਿੱਚ, ਕਿਉਂਕਿ 10 ਨਾਵਲ ਲਿਖਣੇ ਬਹੁਤ ਵੱਡੀ ਗੱਲ ਹੁੰਦੀ ਹੈ, ਅਤੇ ਹੌਲੀ ਹੌਲੀ ਤੁਸੀਂ ਹੋਰ ਅੱਗੇ ਕੀ ਸੋਚਿਆ ਇਸ ਖੇਤਰ ਵਿੱਚ? ਨਹੀਂ, ਲਿਖਣਾ ਤੇ ਬੰਦ ਨਹੀਂ ਹੁੰਦਾ ਜੀ, ਤੇ ਸੋ ਕੰਟੀਨਿਊ ਅੱਗੇ ਚੱਲਦਾ ਰਹੇਗਾ ਜੀ। 10 ਤੋਂ ਬਾਅਦ 11 ਵੀ 12 ਮਤਲਬ ਕੰਟੀਨਿਊ ਰਹੇਗਾ ਜੀ। ਤੇ ਬਾਕੀ ਫਿਊਚਰ ਪਲਾਨ ਹਾਲੇ ਕੋਈ ਸੋਚਿਆ ਨਹੀਂ ਇਸ ਬਾਰੇ, ਸਹੀ ਗੱਲ ਦੱਸੀ ਇਹਦੇ। ਜੀ ਜੀ। ਤੇ ਲਿਖਣ ਦੇ ਖੇਤਰ 'ਚ ਹੀ ਗਾਂ ਅੱਗੇ ਚੱਲਾਂਗੇ, ਜੋ ਹੋਏਗਾ ਜੀ ਉਹ ਕਰਾਂਗੇ ਜੀ। ਅਤੇ ਤੁਸੀਂ ਜਿੱਥੇ ਆਪਣਾ ਬਿਜ਼ਨਸ ਵੀ ਸਾਂਭਿਆ, ਲਿਖਿਆ ਵੀ ਹੈਗਾ ਹੈ ਨਾ, ਅਤੇ ਸਾਡੇ ਵਰਗੇ ਵੀ ਬਹੁਤ ਸਾਰੇ ਹੁੰਦੇ ਜਿਹੜੇ ਕਹਿੰਦੇ ਵੀ ਕੁਛ ਨਾ ਕੁਛ ਲਿਖਣ ਦੀ ਕੋਸ਼ਿਸ਼ ਕਰੀਏ, ਪਰ ਕੋਈ ਓਪਰਚੁਨਿਟੀ ਨਹੀਂ ਖਾਸ ਮਿਲਦੀ ਜਾਂ ਕੁਝ ਹਾਲਾਤ ਨਹੀਂ ਕੁਝ ਖਾਸ ਬਣ ਰਹਿੰਦੇ, ਅਤੇ ਤੁਹਾਡੇ ਕੋਲ ਬਹੁਤ ਕੁਝ ਸਿੱਖਣ ਨੂੰ ਹੈ। ਕੀ ਕੁਝ ਕਹਿਣਾ ਚਾਹੋਗੇ ਉਹਨਾਂ ਦੋਸਤਾਂ ਨੂੰ ਤੁਸੀਂ? ਨਹੀਂ, ਜਿਹੜੇ ਤੇ ਨਵੇਂ ਬੰਦੇ ਜਾਂ ਨਵਾਂ ਕੋਈ ਲਿਖਣਾ ਚਾਹੁੰਦਾ ਹੈ ਸਾਨੂੰ, ਠੀਕ ਹੈ ਜੀ, ਉਹ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਵੀ ਉਹਨੂੰ ਆਪਣੇ ਅੰਦਰ ਹੀ ਝਾਤੀ ਮਾਰਨੀ ਪੈਣੀ ਹੈ ਜੀ, ਕਿ ਤੁਸੀਂ ਕਿਉਂ ਲਿਖਣਾ ਚਾਹੁੰਦੇ ਹੋ। ਉਹ ਕਾਰਨ ਪਹਿਲਾਂ ਤੁਹਾਨੂੰ ਲਿਖਣਾ ਜਿਹੜਾ ਉਹ ਖੋਜਣਾ ਪੈਣਾ। ਜੀ। ਇੱਕ ਸ਼ਬਦ ਆਤਮ ਮੰਥਨ। ਜੀ। ਆਤਮ ਮੰਥਨ ਤੁਹਾਨੂੰ ਆਪਣੇ ਅੰਦਰ ਹੀ ਜਾ ਕੇ ਉਸ ਸਵਾਲ ਦਾ ਜਵਾਬ ਲੱਭਣਾ ਪੈਣਾ, ਮੈਂ ਕਿਉਂ ਲਿਖਾਂ। ਜੀ। ਅਤੇ ਜਦੋਂ ਸਵਾਲ ਦਾ ਜਵਾਬ ਤੁਹਾਨੂੰ ਮਿਲ ਗਿਆ ਵੀ ਮੈਂ ਲਿਖਣਾ ਕਿਉਂ ਹੈ, ਅਤੇ ਫਿਰ ਤੁਹਾਨੂੰ ਤੁਸੀਂ ਆਪਣੇ ਆਪ ਲਿਖਣ ਲਈ ਤਿਆਰ ਹੋ ਜਾਓ। ਹਾਂ, ਬਾਕੀ ਜੇ ਕਿਸੇ ਨੇ ਮਦਦ ਦੀ ਲੋੜ ਹੋਵੇਗੀ ਅਤੇ ਮੇਰੀ ਇੱਥੇ ਦੁਕਾਨ ਤੁਹਾਡੇ ਸਾਹਮਣੇ ਹੈ, ਹੈਲੋ ਕਿਡਸ ਦੇ ਨਾਮ ਤੋਂ ਹੈ, ਇੱਕ ਸਟਾਈਲ ਟੋਜ਼ ਦੇ ਨਾਮ ਤੋਂ ਹੀ ਖੋਲ੍ਹਿਆ ਸ਼ੋਰੂਮ, ਅਤੇ ਮੈਂ ਇੱਥੇ ਹੀ ਹੁੰਦਾ, ਤੁਸੀਂ ਆਣ ਕੇ ਕੁਛ ਵੀ ਮਦਦ ਮੈਂ ਹੋ ਸਕਦੀ ਹੈ। ਹਾਂਜੀ ਰਿੰਪੂ ਜੀ, ਤੁਸੀਂ ਸਾਡੇ ਦਰਸ਼ਕਾਂ ਨਾਲ ਜੁੜੇ ਅਤੇ ਤੁਹਾਡੇ ਨਾਵਲਾਂ ਦੀ ਜਿਹੜੀ ਕਿ ਆਪਾਂ ਯਾਤਰਾ ਆ ਉਹ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਹੈ, ਅਤੇ ਮੈਂ ਉਮੀਦ ਕਰਦਾ ਹਾਂ ਡੈਫੀਨੇਟਲੀ ਸਾਡੇ ਜਿਹੜੇ ਦਰਸ਼ਕ ਨੇ ਖਾਸ ਤੌਰ 'ਤੇ ਪਠਾਨਕੋਟ ਸ਼ਹਿਰ ਦੇ, ਜਿਨ੍ਹਾਂ ਨੂੰ ਤੁਹਾਡੇ 'ਤੇ ਵੀ ਬਹੁਤ ਵੱਡਾ ਮਾਣ ਵੀ ਹੋਏਗਾ, ਅਤੇ ਉਹ ਤੁਹਾਡੀਆਂ ਕਿਤਾਬਾਂ ਵੀ ਜ਼ਰੂਰ ਪੜ੍ਹਨਗੇ, ਅਤੇ ਖਾਸ ਤੌਰ 'ਤੇ ਜਿਹੜੇ ਹਕਲਾਹਟ ਦਾ ਸ਼ਿਕਾਰ ਨੇ, ਜਾਂ ਆਪਾਂ ਕਹਿ ਦਈਏ ਵੀ ਜੈਨੇਟਿਕ ਪ੍ਰੋਬਲਮ ਹੁੰਦੀ ਹੈ ਇੱਕ ਤਰੀਕੇ ਦੀ, ਹੈ ਨਾ, ਅਤੇ ਉਹਨੂੰ ਠੀਕ ਵੀ ਕਰਨਾ ਚਾਹੁੰਦੇ ਨੇ। ਸੋ ਇਹਨਾਂ ਦੀ ਕਿਤਾਬਾਂ ਇੱਕ ਬਹੁਤ ਵੱਡਾ ਜ਼ਰੀਆ ਹੈ, ਕਿਉਂਕਿ ਇਹਨਾਂ ਨੇ 20-22 ਸਾਲ ਇਸ ਚੀਜ਼ ਨੂੰ ਫੇਸ ਕੀਤਾ, ਅਤੇ ਉਸ ਤੋਂ ਬਾਅਦ ਆਪ ਠੀਕ ਹੋਏ ਨੇ, ਅਤੇ ਹੁਣ ਇਹ ਚਾਹੁੰਦੇ ਨੇ ਕਿ ਇਹਨਾਂ ਦੇ ਜਿਹੜੇ ਨਾਲ ਦੇ ਨੇ ਇਸ ਚੀਜ਼ ਨੂੰ ਫੇਸ ਕਰ ਰਹੇ ਨੇ, ਕਿਉਂਕਿ ਸਮਾਜ ਦੇ ਵਿੱਚ ਉਹਨਾਂ ਦਾ ਲੋਕਾਂ ਦਾ ਮਜ਼ਾਕ ਵੀ ਬਣਾ ਜਾਂਦਾ ਭਾਜੀ ਬਹੁਤ। ਤੁਹਾਡਾ ਵੀ ਕਈ ਜਾਣੇ ਅਜਿਹੇ ਜਿਹੜੇ ਸਮਾਜ ਦੇ ਵਿੱਚ ਤੱਤ ਹੁੰਦੇ ਨੇ ਜਿਹੜੇ ਕਿ ਉਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਮਜ਼ਾਕ ਵੀ ਬਣਾਉਂਦੇ ਨੇ। ਸੋ ਉਹ ਜਿਹੜੇ ਨੌਜਵਾਨ ਜਾਂ ਉਹ ਸਾਥੀ ਜਿਹੜੇ ਕਿ ਆਪਣੀ ਹਕਲਾਹਟ ਦੀ ਪ੍ਰੋਬਲਮ ਨੂੰ ਠੀਕ ਕਰਨਾ ਚਾਹੁੰਦੇ ਨੇ, ਅਤੇ ਇਹਨਾਂ ਦੀ ਕਿਤਾਬਾਂ ਬਹੁਤ ਵਧੀਆ ਜ਼ਰੀਆ ਹੈ। ਤੁਸੀਂ ਪੜ੍ਹ ਕੇ ਉਹਨਾਂ ਨੂੰ ਕਿਸੇ ਨੂੰ ਬਿਨਾਂ ਦੱਸੇ ਵੀ ਪੜ੍ਹ ਸਕਦੇ ਹੋ, ਜਿਵੇਂ ਤੁਸੀਂ ਛੁਪਾ ਕੇ ਰੱਖਿਆ ਪੂਰੇ ਸ਼ਹਿਰ ਤੋਂ, ਹੈ ਨਾ, ਅਤੇ ਲਿਖਦੇ ਰਹੋ, ਅਤੇ ਇੰਨੇ ਵੱਡੇ ਤੁਸੀਂ ਉਪਲਬਧੀਆਂ ਵੀ ਹਾਸਲ ਕੀਤੀਆਂ। ਸੋ ਰੋਹਿਤ ਵਰਮਾ, ਰਿੰਪੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਜੁੜੇ ਅਤੇ ਸਾਡੇ ਕੋਲ ਤੁਸੀਂ ਆਏ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ। ਸੋ ਦਰਸ਼ਕੋ, ਰੋਹਿਤ ਵਰਮਾ ਰਿੰਪੂ ਜੀ, ਜਿਨ੍ਹਾਂ ਨੇ ਕਿ 10 ਨਾਵਲ ਲਿਖੇ ਨੇ, ਅਤੇ ਬਹੁਤ ਵੱਡੇ ਸਨਮਾਨ ਵੀ ਇਹਨਾਂ ਨੂੰ ਇਸ ਨਾਵਲ ਦੇ ਕਰਕੇ, ਇਹਨਾਂ ਨਾਵਲਾਂ ਦੇ ਕਰਕੇ ਮਿਲੇ ਨੇ। ਸੋ ਜਿਵੇਂ ਪਹਿਲਾਂ ਵੀ ਮੈਂ ਕਹਿ ਰਿਹਾ ਵੀ ਹਕਲਾਹਟ ਦੇ ਜਿਹੜੇ ਸ਼ਿਕਾਰ ਨੇ ਲੋਕ ਖਾਸ ਤੌਰ 'ਤੇ, ਉਹਨਾਂ ਦੇ ਲਈ ਇੱਕ ਬਹੁਤ ਵੱਡੀ ਮੈਂ ਕਹਿ ਸਕਦਾ ਕਿ ਸੌਗਾਤ ਹੈ। ਇਹ ਨਾਵਲ ਪੜ੍ਹ ਕੇ ਉਹ ਲੋਕ ਆਪਣੀ ਹਕਲਾਹਟ ਦੀ ਪ੍ਰੋਬਲਮ ਨੂੰ ਠੀਕ ਕਰ ਸਕਦੇ ਨੇ, ਅਤੇ ਹੋਰ ਵੀ ਸਮਾਜ ਦੀ ਜਿਹੜੀ ਕਈ ਸੱਚਾਈਆਂ ਨੇ ਉਸ ਨਾਵਲ ਦੇ ਰਾਹੀਂ ਸਾਹਮਣੇ ਆਉਂਦੀਆਂ ਨੇ। ਕਿਤਾਬਾਂ ਨੂੰ ਪੜ੍ਹਨ ਵਾਲੇ ਜਿਹੜੇ ਸ਼ੌਂਕ ਰੱਖਦੇ ਨੇ ਉਹ ਜ਼ਰੂਰ ਇਹਨਾਂ ਦੇ ਨਾਵਲ ਪੜ੍ਹਨ। ਜਿਵੇਂ ਕਿ ਦੱਸਿਆ ਕਿ ਇਹਨਾਂ ਨੇ ਕਿੰਡਲ ਦੇ ਉੱਤੇ, ਐਮਾਜ਼ੋਨ ਦੇ ਉੱਤੇ ਜਾ ਕੇ ਤੁਸੀਂ ਨਾਵਲ ਖਰੀਦ ਵੀ ਸਕਦੇ ਹੋ ਅਤੇ ਪੜ੍ਹ ਵੀ ਸਕਦੇ ਹੋ। ਕੁੱਕੂ FM ਦੇ ਉੱਤੇ ਤੁਸੀਂ ਇਹਨਾਂ ਦੇ ਨਾਵਲ ਸੁਣ ਸਕਦੇ ਹੋ। ਸੋ ਬਹੁਤ ਵੱਡੀ ਗੱਲ ਹੈ। ਸੋ ਅਸੀਂ ਰੱਬ ਅੱਗੇ ਦੁਆ ਕਰਾਂਗੇ ਕਿ ਇਸੇ ਤਰੀਕੇ ਦੇ ਨਾਲ ਇਹ ਮਿਹਨਤ ਕਰਦੇ ਰਹਿਣ ਅਤੇ ਵੱਡੀਆਂ ਉਪਲਬਧੀਆਂ ਹਾਸਲ ਕਰਨ ਰੋਹਿਤ ਵਰਮਾ ਜੀ। ਸੋ ਦਰਸ਼ਕੋ, ਇਸੇ ਤਰੀਕੇ ਦੇ ਨਾਲ ਤੁਹਾਨੂੰ ਫਿਰ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਸੋ ਮੈਨੂੰ ਰਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ 7C ਨਿਊਜ਼।